सत श्री अकाल, स्वागत है। गौरव शुक्ला मैं हां तुहाडे नाल ते इस बुलेटिन दा आगाज करांगे कोरोना दे मामलिਆਂ ਦੇ ਨਾਲ। कोरोना दे इस समय की हालात ने पूरे देश दे विच ਕਿਹੜੇ ਸੂਬਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਤੇ ਨਾਲ ਹੀ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਕੀ ਹਾਲਾਤ ਨੇ, ਪੂਰਾ ਡੇਟਾ ਪੂਰੇ ਅੰਕੜੇ ਤੁਹਾਡੇ ਸਾਹਮਣੇ ਰੱਖਾਂਗੇ। ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਪੂਰੇ ਦੇਸ਼ ਦੀ, ਕਿਉਂਕਿ ਮਾਮਲੇ ਪੂਰੇ ਦੇਸ਼ ਜਿਸ ਰਫ਼ਤਾਰ ਦੇ ਨਾਲ ਸਾਹਮਣੇ ਆ ਰਹੇ ਨੇ ਉਹ ਚਿੰਤਾ ਨੂੰ ਵਧਾਉਣ ਵਾਲੇ ਨੇ। ਕਰੀਬ 25,000 ਮਾਮਲੇ ਰੋਜ਼ਾਨਾ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ। ਪੂਰੇ ਦੇਸ਼ ਦੇ ਉੱਤੇ ਅੰਕੜਿਆਂ ਤੇ ਨਜ਼ਰ ਪਾਵਾਂਗਾ, ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਪਿਛਲੇ 3 ਦਿਨਾਂ ਦੇ ਵਿੱਚ ਕਿੰਨੇ ਕੇਸ ਪੂਰੇ ਦੇਸ਼ ਦੇ ਵਿੱਚ ਸਾਹਮਣੇ ਆਏ ਨੇ। ਹਰ ਇੱਕ ਡੇਟ ਵਾਈਜ਼ ਤੁਹਾਡੇ ਸਾਹਮਣੇ ਅੰਕੜਾ ਹੋਏਗਾ। ਪਰ ਸ਼ੁਰੂਆਤ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਕਿੰਨੇ ਮਾਮਲੇ ਨੇ ਤਾਂ ਸ਼ੁਰੂਆਤ ਪੂਰੇ ਦੇਸ਼ ਤੋਂ ਕਰਨ ਜਾ ਰਹੇ ਹਾਂ। ਪੂਰੇ ਦੇਸ਼ ਦੇ ਵਿੱਚ 7 ਲੱਖ ਦੇ ਨੇੜੇ ਅੰਕੜਾ ਪਹੁੰਚ ਚੁੱਕਾ ਹੈ, ਕਰੀਬ 7 ਲੱਖ ਹੋ ਚੁੱਕਾ ਹੈ। 6,97,000 ਤੋਂ ਜ਼ਿਆਦਾ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 6,97,413 ਕੇਸ ਹੁਣ ਤੱਕ ਹੋ ਚੁੱਕੇ ਨੇ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ 19,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹੋ ਚੁੱਕੀ ਹੈ। 19,693 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਰਾਹਤ ਭਰੀ ਖਬਰ ਇਹ ਵੀ ਹੈ ਕਿ ਕਰੀਬ 55 ਤੋਂ 60% ਦਰ ਦੇਸ਼ ਦੇ ਵਿੱਚ ਉਹਨਾਂ ਲੋਕਾਂ ਦੀ ਵੀ ਹੈ ਜੋ ਠੀਕ ਹੋ ਰਹੇ ਨੇ। 4,24,432 ਲੋਕ ਹੁਣ ਤੱਕ ਕੋਰੋਨਾ ਨੂੰ ਮਾਤ ਦੇ ਚੁੱਕੇ ਨੇ। ਐਕਟਿਵ ਕੇਸਿਸ ਦਾ ਜ਼ਿਕਰ ਕਰੀਏ ਤਾਂ 2,53,287 ਮਾਮਲੇ ਇਸ ਸਮੇਂ ਐਕਟਿਵ ਕੇਸ ਨੇ ਪੂਰੇ ਦੇਸ਼ ਦੇ ਵਿੱਚ। ਅੱਗੇ ਵਧਦੇ ਤੇ ਹੁਣ ਤੁਹਾਨੂੰ ਦੱਸਾਂਗੇ ਕਿ ਨਵੇਂ ਮਾਮਲੇ ਕਿਸ ਰਫ਼ਤਾਰ ਦੇ ਨਾਲ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਸਾਹਮਣੇ ਆ ਰਹੇ ਨੇ। 3 ਦਿਨਾਂ ਦਾ ਅੰਕੜਾ ਤੁਹਾਡੇ ਸਾਹਮਣੇ ਰੱਖਾਂਗੇ, 5 ਜੁਲਾਈ 4 ਜੁਲਾਈ ਅਤੇ 3 ਜੁਲਾਈ। ਇਹਨਾਂ 3 ਦਿਨਾਂ ਦਾ ਅੰਕੜਾ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋਏਗੀ ਕਿਸ ਰਫ਼ਤਾਰ ਨਾਲ ਇਸ ਸਮੇਂ ਕੇਸ ਸਾਹਮਣੇ ਆ ਰਹੇ ਨੇ। ਸਭ ਤੋਂ ਪਹਿਲਾਂ ਗ੍ਰਾਫ ਦੇ ਵਿੱਚ ਗੱਲ ਕਰਾਂਗਾ 5 ਜੁਲਾਈ ਦੀ, ਪਿਛਲੇ 24 ਘੰਟਿਆਂ ਦੀ, ਤੇ 24,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ। 24,248 ਮਾਮਲੇ ਹੁਣ ਤੱਕ ਰਿਪੋਰਟ ਕੀਤੇ ਗਏ 24 ਘੰਟਿਆਂ ਦੇ ਵਿੱਚ। ਮੈਂ 5 ਜੁਲਾਈ ਦਾ ਜ਼ਿਕਰ ਕਰਾਂ, ਉਸ ਤੋਂ ਬਾਅਦ ਦਿਨ ਆਉਂਦਾ ਹੈ 4 ਜੁਲਾਈ, ਇੱਕ ਦਿਨ ਪਹਿਲਾਂ 5 ਤਰੀਕ ਤੋਂ। ਤਾਂ 4 ਜੁਲਾਈ ਨੂੰ ਜੇਕਰ ਅਸੀਂ ਦੇਖੀਏ ਤਾਂ ਉਸ ਦਿਨ ਮਾਮਲੇ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਸੀ। 24,850 ਕੇਸਿਸ ਪੂਰੇ ਦੇਸ਼ ਦੇ ਵਿੱਚੋਂ ਰਿਪੋਰਟ ਕੀਤੇ ਗਏ ਸੀ। ਉਸ ਤੋਂ ਬਾਅਦ ਜ਼ਿਕਰ 3 ਜੁਲਾਈ ਦਾ ਵੀ, 3 ਜੁਲਾਈ ਨੂੰ 22,771 ਕੇਸ ਰਿਪੋਰਟ ਕੀਤੇ ਗਏ ਸੀ। ਯਾਨੀ ਕਿ ਪਿਛਲੇ 3 ਦਿਨਾਂ ਦਾ ਟ੍ਰੈਂਡ ਤੁਸੀਂ ਦੇਖੋ, ਕਰੀਬ 24,000 ਦੇ ਨੇੜੇ ਪਹੁੰਚਿਆ ਹੈ ਤੇ ਇੱਕ ਵਾਰੀ ਇੰਨੇ ਕੇਸ ਆਉਣੇ ਸ਼ੁਰੂ ਹੋ ਜਾਂਦੇ ਨੇ, ਇਸ ਤੋਂ ਅੱਗੇ ਹੀ ਉਸ ਦੇ ਵਿੱਚ ਪੂਰਾ ਇਜ਼ਾਫਾ ਹੁੰਦਾ ਰਹਿੰਦਾ ਹੈ ਤੇ ਹੁਣ 24,000 ਪਲੱਸ ਕੇਸ ਆ ਰਹੇ ਨੇ। ਮੋਟਾ ਇਸ ਦੇ ਨਾਲ ਅੰਦਾਜ਼ਾ ਇਹ ਵੀ ਲੱਗ ਸਕਦਾ ਹੈ ਕਿ ਜੇਕਰ 24-25,000 ਡੇਲੀ ਨਵੇਂ ਮਾਮਲੇ ਆ ਰਹੇ ਨੇ ਤਾਂ ਅਗਲੇ 4 ਦਿਨਾਂ 'ਚ 1 ਲੱਖ ਕੇਸ ਵਧਣਗੇ। ਜੇ ਅੰਕੜਾ ਇਸ ਤਰੀਕੇ ਨਾਲ ਰਹਿੰਦਾ, ਜੇ ਹੋਰ ਵਧਿਆ ਤਾਂ ਹੋਰ ਦਿੱਕਤਾਂ ਹੋਣਗੀਆਂ। ਯਾਨੀ ਕਿ ਜਿਹੜਾ ਅੰਕੜਾ ਇਸ ਸਮੇਂ ਤੁਸੀਂ ਕਰੀਬ 7 ਲੱਖ ਦੇਖ ਰਹੇ ਹੋ, ਇਹ ਅਗਲੇ 4 ਦਿਨਾਂ ਦੇ ਵਿੱਚ 8 ਲੱਖ ਤੱਕ ਪਹੁੰਚ ਜਾਏਗਾ ਜੇ ਇਸੇ ਰਫ਼ਤਾਰ ਦੇ ਨਾਲ ਕੇਸ ਆਉਂਦੇ ਰਹੇ। ਹੁਣ ਮੌਤਾਂ ਦੇ ਅੰਕੜੇ ਦੀ ਗੱਲ ਕਰਾਂਗੇ। ਪਿਛਲੇ 3 ਦਿਨਾਂ ਦੇ ਵਿੱਚ ਮੌਤਾਂ ਦਾ ਅੰਕੜਾ ਕੀ ਕਹਿੰਦਾ ਹੈ। 5 ਜੁਲਾਈ 4 ਜੁਲਾਈ ਤੇ ਉਸ ਦੇ ਨਾਲ ਹੀ 3 ਜੁਲਾਈ। ਸਭ ਤੋਂ ਪਹਿਲਾਂ ਗੱਲ 5 ਜੁਲਾਈ ਦੀ ਮੈਂ ਕਰਾਂਗਾ। 5 ਜੁਲਾਈ ਨੂੰ ਦੇਖੋ ਅੰਕੜਾ 425 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਪੂਰੇ ਦੇਸ਼ ਦੇ ਵਿੱਚ ਹੋਈ ਹੈ। ਉਸ ਤੋਂ ਬਾਅਦ ਇੱਕ ਹੋਰ ਦਿਨ ਪਹਿਲਾਂ ਦੀ ਮੈਂ ਗੱਲ ਕਰਾਂ, 4 ਤਰੀਕ ਨੂੰ, 4 ਤਰੀਕ ਦੇ ਜਿਹੜੇ 24 ਘੰਟੇ ਸੀਗੇ ਉਸ ਦਿਨ 600 ਤੋਂ ਜ਼ਿਆਦਾ ਲੋਕਾਂ ਨੇ ਦਮ ਤੋੜਿਆ। ਯਾਨੀ ਕਿ 4 ਤਰੀਕ ਦਾ ਦਿਨ ਤਾਂ ਬਹੁਤ ਖਤਰਨਾਕ ਪੂਰੇ ਦੇਸ਼ ਦੇ ਲਈ ਸੀਗਾ। 4 ਤਰੀਕ ਨੂੰ ਕਰੀਬ 25,000 ਮਾਮਲੇ ਸਾਹਮਣੇ ਆਏ, 613 ਲੋਕਾਂ ਦੀ ਮੌਤ ਵੀ ਹੋ ਗਈ ਤੇ ਉਸ ਤੋਂ ਬਾਅਦ 3 ਜੁਲਾਈ ਦਾ ਜ਼ਿਕਰ ਕਰਾਂ ਤਾਂ 442 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਨਾਲ ਹੋ ਗਈ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਜਿਹੜੇ ਸੂਬੇ ਨੇ ਇਸ ਸਮੇਂ ਉਹ ਕਿਹੜੇ ਨੇ ਤੇ ਉੱਥੇ ਇਸ ਸਮੇਂ ਹਾਲਾਤ ਕੀ ਨੇ। ਇਹਨਾਂ ਦੇ ਵਿੱਚ ਮਹਾਰਾਸ਼ਟਰ, ਤਮਿਲਨਾਡੂ ਅਤੇ ਦਿੱਲੀ, ਇਹ ਤਿੰਨੇ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਨੇ। ਮਹਾਰਾਸ਼ਟਰ ਦਾ ਮੈਂ ਜ਼ਿਕਰ ਕਰਾਂ ਤਾਂ ਸਭ ਤੋਂ ਵੱਧ ਪ੍ਰਭਾਵਿਤ ਤੇ 2 ਲੱਖ ਤੋਂ ਜ਼ਿਆਦਾ ਮਾਮਲੇ ਸਿਰਫ ਮਹਾਰਾਸ਼ਟਰ ਦੇ ਵਿੱਚ ਨੇ। ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ 2,06,619 ਕੇਸਿਸ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਮਹਾਰਾਸ਼ਟਰ ਦੇ ਵਿੱਚ ਨਿਕਲ ਕੇ ਸਾਹਮਣੇ ਆਏ। ਉਸ ਤੋਂ ਬਾਅਦ ਤਮਿਲਨਾਡੂ ਦਾ ਨੰਬਰ, ਹਾਲਾਂਕਿ ਪਹਿਲਾਂ ਦਿੱਲੀ ਸੀ ਦੂਜੇ ਨੰਬਰ ਦੇ ਉੱਤੇ, ਹੁਣ ਤਮਿਲਨਾਡੂ ਇੱਕ ਵਾਰ ਫਿਰ ਤੋਂ, ਕਿਉਂਕਿ ਤਮਿਲਨਾਡੂ ਵਿੱਚ ਤਾਂ ਮਾਮਲੇ 1 ਲੱਖ ਤੋਂ ਪਾਰ ਹੋ ਚੁੱਕੇ ਨੇ। 1,11,151 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਦਿੱਲੀ ਦੇ ਵਿੱਚ ਵੀ ਕਰੀਬ 1 ਲੱਖ ਤੱਕ ਅੰਕੜਾ ਪਹੁੰਚ ਚੁੱਕਿਆ ਹੈ। 99,444 ਕੇਸ ਹੁਣ ਤੱਕ ਦਿੱਲੀ ਦੇ ਵਿੱਚ ਵੀ ਸਾਹਮਣੇ ਆ ਚੁੱਕੇ ਨੇ। ਇਹਨਾਂ ਤਿੰਨੋਂ ਸੂਬਿਆਂ ਦੇ ਵਿੱਚ ਐਕਟਿਵ ਮਾਮਲੇ ਕਿੰਨੇ ਨੇ ਉਹ ਵੀ ਤੁਹਾਨੂੰ ਦੱਸਦੇ ਆ। ਯਾਨੀ ਕਿ ਉੱਥੇ ਹੁਣ ਜਿਹੜੇ ਕੋਰੋਨਾ ਦੇ ਪੇਸ਼ੈਂਟਸ ਹੈਗੇ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਉਹ ਕਿੰਨੇ ਨੇ। ਮਹਾਰਾਸ਼ਟਰ, ਤਮਿਲਨਾਡੂ ਤੇ ਦਿੱਲੀ ਦਾ ਮੈਂ ਹਾਲ ਤੁਹਾਨੂੰ ਦੱਸੂਗਾ। ਮਹਾਰਾਸ਼ਟਰ ਦੇ ਵਿੱਚ ਦੇਖੋ 86,057 ਲੋਕ, ਯਾਨੀ ਕਿ 86,000 ਤੋਂ ਜ਼ਿਆਦਾ ਲੋਕ ਅਜੇ ਵੀ ਕੋਰੋਨਾ ਤੋਂ ਪੀੜਤ ਨੇ ਜਿਨ੍ਹਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਤਮਿਲਨਾਡੂ ਦੇ ਵਿੱਚ ਇਹ ਅੰਕੜਾ 46,863 ਹੈ, ਜਦਕਿ ਦਿੱਲੀ ਦੇ ਵਿੱਚ ਇਹ ਅੰਕੜਾ 25,038 ਹੈ। ਯਾਨੀ ਕਿ ਦਿੱਲੀ ਦੇ ਵਿੱਚ ਜਿਹੜੀ ਰਿਕਵਰੀ ਰੇਟ ਹੈ ਉਹ 70% ਤੋਂ ਜ਼ਿਆਦਾ ਇਸ ਸਮੇਂ ਨਜ਼ਰ ਆ ਰਹੀ ਹੈ। ਯਾਨੀ ਕਿ ਉੱਥੇ ਕਰੀਬ 65 ਤੋਂ 70% ਲੋਕ ਰਫ਼ਤਾਰ ਦੇ ਨਾਲ ਠੀਕ ਵੀ ਹੋ ਰਹੇ ਨੇ, ਜੋ ਇੱਕ ਬਹੁਤ ਚੰਗੀ ਖਬਰ ਲਾਜ਼ਮੀ ਤੌਰ ਤੇ ਦਿੱਲੀ ਵਾਲਿਆਂ ਦੇ ਲਈ, ਪੂਰੇ ਦੇਸ਼ ਦੇ ਲਈ ਵੀ ਹੈਗੀ ਹੈ। ਹੁਣ ਇੱਥੇ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਇਸ ਸਮੇਂ ਦੇਸ਼ ਦੇ ਵਿੱਚ ਟੈਸਟ ਕਿੰਨੇ ਹੋ ਰਹੇ ਨੇ, ਕਿਸ ਰਫ਼ਤਾਰ ਦੇ ਨਾਲ ਅਸੀਂ ਟੈਸਟ ਕਰ ਪਾ ਰਹੇ ਹਾਂ। ਤਾਂ ਜੋ ਚਿੰਤਾ ਨੂੰ ਵਧਾਉਣ ਵਾਲੀ ਗੱਲ ਹੈ ਟੈਸਟ ਦੇ ਅੰਕੜਿਆਂ ਨਾਲੋਂ, ਮੈਂ ਤੁਹਾਨੂੰ ਦੱਸੂਗਾ। ਪਹਿਲਾਂ ਟੈਸਟ ਦੇਖੋ ਕਿੰਨੇ ਕਰ ਰਹੇ ਹਾਂ ਅਸੀਂ। 5 ਜੁਲਾਈ ਨੂੰ ਟੈਸਟ ਕਿੰਨੇ ਹੋਏ, 1,80,000 ਦੇ ਕਰੀਬ 1,80,596 ਟੈਸਟ ਹੋਏ ਨੇ।
4 जुलाई ਨੂੰ 2,48,000 ਤੋਂ ਜ਼ਿਆਦਾ ਟੈਸਟ ਹੋਏ ਸੀ। ਉਸ ਤੋਂ ਇੱਕ ਦਿਨ ਪਹਿਲਾਂ ਮੈਂ ਗੱਲ ਕਰਾਂ 3 ਜੁਲਾਈ ਦੀ ਤਾਂ 2,42,383 ਜਿਹੜੇ ਟੈਸਟ ਹੋਏ ਸੀ। ਹੁਣ ਚਿੰਤਾ ਵਾਲੀ ਗੱਲ ਕੀ ਹੈ, ਦੇਖੋ ਪਹਿਲਾਂ ਕੀ ਸੀ 2,13,000 2,15,000 ਟੈਸਟ ਹੋ ਰਹੇ ਸੀ, ਉਹਦੇ ਵਿੱਚੋਂ 15,000 16,000 ਲੋਕ ਕਰੋਨਾ ਪੋਜ਼ਿਟਿਵ ਸੀ। ਯਾਨੀ ਕਿ ਅਸੀਂ ਇਹ ਕਹਿ ਰਹੇ ਸੀ ਕਿ ਜੇਕਰ ਹੋਰ ਟੈਸਟ ਵਧਾ ਦਿੱਤੇ ਤਾਂ ਸ਼ਾਇਦ ਮਾਮਲੇ ਹੋਰ ਜ਼ਿਆਦਾ ਨਿਕਲ ਕੇ ਸਾਹਮਣੇ ਆਉਣਗੇ, ਪਰ 1,80,000 ਟੈਸਟ ਹੋਏ 24 ਘੰਟਿਆਂ ਦੇ ਵਿੱਚ। ਉਹਨਾਂ ਦੇ ਵਿੱਚੋਂ ਵੀ ਦੇਖੋ ਕਰੀਬ 24-25,000 ਨਵੇਂ ਮਾਮਲੇ ਨਿਕਲ ਕੇ ਸਾਹਮਣੇ ਆ ਗਏ ਨੇ। ਲਾਜ਼ਮੀ ਤੌਰ ਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਪੂਰੇ ਦੇਸ਼ ਦੇ ਲਈ। ਹੁਣ ਅੱਗੇ ਵਧਦੇ ਹਾਂ ਤੇ ਹੁਣ ਤੁਹਾਨੂੰ ਦੱਸਾਂਗੇ ਪੰਜਾਬ ਦਾ ਹਾਲ ਕੀ ਹੈ, ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਕਿਹੜੇ ਨੇ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਕੀ ਕੁਝ ਅਪਡੇਟ ਹੈ। ਤੁਹਾਨੂੰ ਦੱਸਦੇ ਹਾਂ ਲੁਧਿਆਣਾ, ਅੰਮ੍ਰਿਤਸਰ ਇਹ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ। ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ। ਤੇ ਇੱਕ ਸਮਾਂ ਸੀ ਜਦੋਂ ਅੰਮ੍ਰਿਤਸਰ ਸਭ ਤੋਂ ਜ਼ਿਆਦਾ ਅੱਗੇ ਸੀ, ਪਰ ਹੁਣ ਲੁਧਿਆਣਾ ਦੇ ਵਿੱਚ ਬਹੁਤ ਤੇਜ਼ ਰਫ਼ਤਾਰ ਦੇ ਨਾਲ ਕੇਸਿਸ ਸਾਹਮਣੇ ਆਏ ਨੇ ਤੇ ਟੋਟਲ ਗਿਣਤੀ 1077 ਤੱਕ ਪਹੁੰਚ ਚੁੱਕੀ ਹੈ। ਜਦਕਿ ਮੈਂ ਅੰਮ੍ਰਿਤਸਰ ਜੋ ਕਿ ਦੂਜੇ ਨੰਬਰ ਤੇ ਇਸ ਸਮੇਂ 1003 ਮਾਮਲੇ ਨੇ ਉੱਥੇ ਹੁਣ ਤੱਕ ਰਿਪੋਰਟ ਕੀਤੇ ਗਏ ਨੇ। ਤੇ ਉਸ ਤੋਂ ਬਾਅਦ ਜਲੰਧਰ ਦਾ ਮੈਂ ਜ਼ਿਕਰ ਕਰਾਂ ਤਾਂ 900 ਮਾਮਲੇ ਹੁਣ ਤੱਕ ਰਿਪੋਰਟ ਹੋ ਚੁੱਕੇ ਨੇ। ਇੱਥੇ ਇਹ ਵੀ ਕਲੀਅਰ ਕਰ ਦਈਏ ਕਿ ਅੰਮ੍ਰਿਤਸਰ ਦਾ ਜਿਹੜਾ ਅੰਕੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਜਿਹੜਾ ਕੱਲ ਦੇਰ ਸ਼ਾਮ ਪੰਜਾਬ ਸਰਕਾਰ ਦਾ ਬੁਲੇਟਿਨ ਆਉਂਦਾ ਹੈ, ਮੈਡੀਕਲ ਬੁਲੇਟਿਨ, ਉਸ ਦੇ ਮੁਤਾਬਿਕ ਹੈ। ਇਹ 3 ਜ਼ਿਲ੍ਹੇ ਨੇ ਜੋ ਸਭ ਤੋਂ ਜ਼ਿਆਦਾ ਇਸ ਸਮੇਂ ਪ੍ਰਭਾਵਿਤ ਹੈਗੇ ਨੇ। ਮੈਂ ਅੱਗੇ ਹਰ ਇੱਕ ਜ਼ਿਲ੍ਹੇ ਦਾ ਹਾਲ ਤੁਹਾਡੇ ਤੱਕ ਪਹੁੰਚਾਵਾਂਗਾ, ਪਰ ਇਸ ਵਿਚਾਲੇ ਇੱਕ ਆ ਰਹੀ ਹੈ ਵੱਡੀ ਖਬਰ ਜਲੰਧਰ ਤੋਂ, ਉਸ ਦਾ ਰੁਖ ਕਰਦੇ ਹਾਂ। ਜਲੰਧਰ ਦੇ ਵਿੱਚ 5 ਹੋਰ ਨਵੇਂ ਕਰੋਨਾ ਦੇ ਮਾਮਲੇ ਪਾਏ ਗਏ ਨੇ। ਸਾਰੇ ਮਰੀਜ਼ਾਂ ਦੇ ਸੰਪਰਕ ਦੇ ਵਿੱਚ ਆਏ ਕੇਸਿਸ ਨੇ। ਹੁਣ ਤੱਕ ਜਲੰਧਰ ਦੇ ਵਿੱਚ ਕੇਸਿਸ ਦੇਖੋ 900 ਦਿਖਾਏ ਸੀ, ਵੱਡੀ ਖਬਰ ਦੇ ਨਾਲ ਹੀ ਇਹ ਗਿਣਤੀ ਵੱਧ ਕੇ 905 ਤੱਕ ਪਹੁੰਚ ਚੁੱਕੀ ਹੈ। ਵੱਡੀ ਖਬਰ ਇਸ ਸਮੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਲੰਧਰ ਦੇ ਵਿੱਚ 22 ਮਰੀਜ਼ ਦਮ ਵੀ ਤੋੜ ਚੁੱਕੇ ਨੇ। ਜਲੰਧਰ ਦੇ ਵਿੱਚ 5 ਨਵੇਂ ਕਰੋਨਾ ਦੇ ਪੇਸ਼ੈਂਟਸ ਨਿਕਲ ਕੇ ਸਾਹਮਣੇ ਆਏ ਨੇ। 5 ਹੋਰ ਨਵੇਂ ਮਾਮਲੇ ਜਲੰਧਰ 'ਚ ਗਿਣਤੀ ਹੋ ਚੁੱਕੀ ਹੈ 905। ਇਹ ਵੀ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਜਿਹੜੇ ਕਰੋਨਾ ਪੇਸ਼ੈਂਟ ਸੀ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਇਹ ਲੋਕ ਨੇ, ਯਾਨੀ ਕਿ ਪਤਾ ਲੱਗ ਪਾ ਰਿਹਾ ਹੈ ਕਿ ਆਖਿਰ ਇਹਨਾਂ ਨੂੰ ਕਰੋਨਾ ਹੋ ਕਿਵੇਂ ਗਿਆ। ਉਹ ਸਭ ਤੋਂ ਔਖੀ ਤੇ ਮਾੜੀ ਸਟੇਜ ਹੋਏਗੀ ਜਦੋਂ ਪਤਾ ਹੀ ਨਾ ਲੱਗੇ ਕਿਸੇ ਨੂੰ ਕਰੋਨਾ ਹੋ ਕਿੱਥੋਂ ਗਿਆ। ਖੈਰ ਉੱਥੇ ਤੱਕ ਅਸੀਂ ਨਾ ਪਹੁੰਚੇ, ਉਸ ਨੂੰ ਕਮਿਊਨਿਟੀ ਸਪਰੈਡ ਜਾਂ ਤੀਜੀ ਸਟੇਜ ਕਰੋਨਾ ਦੀ ਕਹੀ ਜਾ ਰਹੀ ਹੈ। ਵੱਡੀ ਖਬਰ ਇਸ ਸਮੇਂ ਜਲੰਧਰ ਤੋਂ 22 ਲੋਕ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਨੇ ਕਰੋਨਾ ਦੀ ਵਜ੍ਹਾ ਦੇ ਨਾਲ। 905 ਟੋਟਲ ਐਕਟਿਵ ਪੋਜ਼ਿਟਿਵ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਸੁਰਿੰਦਰ ਦਾ ਰੁਖ ਕਰਦੇ ਹਾਂ, ਜਲੰਧਰ ਤੋਂ ਮੇਰੇ ਸਹਿਯੋਗੀ ਸਾਡੇ ਨਾਲ ਨੇ। ਸੁਰਿੰਦਰ, ਕੀ ਕੁਝ ਤੁਹਾਡੇ ਕੋਲ ਜਾਣਕਾਰੀ 5 ਹੋਰ ਨਵੇਂ ਮਾਮਲੇ ਜਲੰਧਰ ਤੋਂ? ਜੀ ਬਿਲਕੁਲ ਗੌਰਵ, ਜਿੱਦਾਂ ਕਿ ਕੱਲ ਜਿਹੜੇ 78 ਮਾਮਲੇ ਆਏ ਸੀਗੇ ਉਹਨਾਂ ਦੇ ਕੰਟੈਕਟ ਦੇ ਵਿੱਚ ਅੱਜ 5 ਮਾਮਲੇ ਜਿਹੜੇ ਹੋਰ ਜਲੰਧਰ ਸ਼ਹਿਰ ਦੇ ਵਿੱਚੋਂ ਆਏ ਤੇ ਨਾਲ ਦੀ ਨਾਲ ਗੱਲ ਕਰੀਏ ਤੇ 22 ਲੋਕਾਂ ਦੀ ਜਿਹੜੀ ਮੌਤ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਜਲੰਧਰ ਦੇ ਵਿੱਚ। ਤੇ ਕੁੱਲ ਮਿਲਾ ਕੇ ਹੁਣ 905 ਮਾਮਲੇ ਜਿਹੜੇ ਜਲੰਧਰ ਦੇ ਵਿੱਚ ਹੋ ਚੁੱਕੇ ਆ ਤੇ 500 ਦੇ ਕਰੀਬ ਜਿਹੜੇ ਮਾਮਲੇ ਉਹ ਠੀਕ ਵੀ ਹੋ ਕੇ ਆਪਣੇ ਆਪਣੇ ਘਰਾਂ ਨੂੰ ਪਰ ਚੁੱਕੇ ਆ। ਪਰ ਵੱਡੀ ਗੱਲ ਇਹਦੇ ਵਿੱਚ ਇਹ ਹੈਗੀ ਹੈ ਵੀ ਜਿਹੜੇ ਲਗਾਤਾਰ ਕਰੋਨਾ ਦੇ ਕੇਸ ਜਿਹੜੇ ਵੱਧ ਰਹੇ ਨੇ ਉਹਦੇ ਵਿੱਚ ਸਾਫ਼ ਨਜ਼ਰ ਜਿਹੜੀ ਗੱਲ ਆ ਰਹੀ ਹੈ ਵੀ ਲੋਕਾਂ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਹੈ, ਪ੍ਰਸ਼ਾਸਨ ਵੱਲੋਂ ਜਿਹੜੀ ਢਿੱਲ ਦਿੱਤੀ ਜਾ ਰਹੀ ਹੈ, ਉਹਦੇ ਕਰਕੇ ਲਗਾਤਾਰ ਜਿਹੜੇ ਕਰੋਨਾ ਦੇ ਮਾਮਲੇ ਹੈਗੇ ਉਹ ਵੱਧਦੇ ਜਿਹੜੇ ਜਲੰਧਰ ਦੇ ਵਿੱਚ ਆ ਰਹੇ। ਠੀਕ ਹੈ, ਸ਼ੁਕਰੀਆ, ਧੰਨਵਾਦ ਸੁਰਿੰਦਰ ਸਰ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ। ਤਾਂ ਮਾਮਲੇ ਲਗਾਤਾਰ ਵੱਧਦੇ ਹੋਏ ਨਜ਼ਰ ਆ ਰਹੇ ਨੇ ਇਸ ਸਮੇਂ ਜਲੰਧਰ ਦੇ ਵਿੱਚ ਵੀ, ਤੇ ਗਿਣਤੀ ਦੇਖੋ ਵੱਧ ਕੇ ਹੁਣ 900 ਤੋਂ ਪਾਰ ਹੋ ਚੁੱਕੀ ਹੈ। ਪਰ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਇਹ 3 ਵੱਡੇ ਸ਼ਹਿਰ, 3 ਵੱਡੇ ਜ਼ਿਲ੍ਹੇ ਪੰਜਾਬ ਦੇ ਜੋ ਇਸ ਸਮੇਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੇ ਨੇ, ਜਿਸ ਦਾ ਅਸੀਂ ਲਗਾਤਾਰ ਜ਼ਿਕਰ ਵੀ ਕਰ ਰਹੇ ਹਾਂ। ਹੁਣ ਅੱਗੇ ਵਧਦੇ ਹਾਂ, ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਉਹੀ ਗ੍ਰਾਫ ਜ਼ਰੂਰ ਦਿਖਾਵਾਂਗਾ ਕਿ ਪੰਜਾਬ ਦੇ ਵਿੱਚ ਜਿਹੜੇ 3 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ ਉੱਥੇ ਕੀ ਕੁਝ ਹਾਲ ਹੈ। ਕਿਉਂਕਿ ਜਲੰਧਰ ਦਾ ਮੈਂ ਪਹਿਲਾਂ ਕੁਝ ਹੀ ਸੈਕਿੰਡਸ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਕਿ ਜਲੰਧਰ ਦੇ ਵਿੱਚ 900 ਮਾਮਲੇ ਨੇ, ਪਰ 5 ਨਵੇਂ ਮਾਮਲੇ ਆਏ ਤੇ ਉਸ ਤੋਂ ਬਾਅਦ ਇਹ ਗਿਣਤੀ ਹੁਣ ਵੱਧ ਚੁੱਕੀ ਹੈ, ਯਾਨੀ ਕਿ 905 ਤੱਕ ਪਹੁੰਚ ਚੁੱਕੀ ਹੈ। ਤਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਤਿੰਨੇ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ। ਸਭ ਤੋਂ ਜ਼ਿਆਦਾ ਲੁਧਿਆਣਾ ਪ੍ਰਭਾਵਿਤ 1077 ਕੇਸ, ਉਸ ਤੋਂ ਬਾਅਦ ਅੰਮ੍ਰਿਤਸਰ 1003 ਕੇਸ, ਉਸ ਤੋਂ ਬਾਅਦ ਜਲੰਧਰ ਜਿੱਥੇ 905 ਮਾਮਲੇ ਹੁਣ ਹੋ ਚੁੱਕੇ ਨੇ, ਯਾਨੀ ਕਿ ਗਿਣਤੀ ਲਗਾਤਾਰ ਵੱਧ ਰਹੀ ਹੈ। ਗੱਲ ਕਰਦੇ ਕਰਦੇ ਤੁਹਾਡੇ ਨਾਲ ਗੱਲ ਕਰਦੇ ਕਰਦੇ 5 ਨਵੇਂ ਮਾਮਲਿਆਂ ਦੀ ਰਿਪੋਰਟ ਸਾਡੇ ਤੱਕ ਪਹੁੰਚ ਗਈ। ਅੱਗੇ ਵਧਦੇ ਹਾਂ ਤੇ ਹੁਣ ਤੁਹਾਨੂੰ ਦੱਸਾਂਗੇ ਇੱਕ ਹੋਰ ਜਿਹੜੀ ਖਬਰ ਬਹੁਤ ਜ਼ਿਆਦਾ ਚਿੰਤਾ ਵਧਾਉਣ ਵਾਲੀ ਹੈ, ਕਿਉਂਕਿ ਮਰੀਜ਼ਾਂ ਦੀ ਮੌਤ ਲਗਾਤਾਰ ਹੋ ਰਹੀ ਹੈ, ਇਹ ਗਿਣਤੀ ਵੀ ਵੱਧ ਰਹੀ ਹੈ। ਜੇ ਪੰਜਾਬ ਦੇ ਵਿੱਚ ਅੱਜ 3 ਕਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ 53 ਸਾਲਾ ਸ਼ਖਸ ਦੀ ਮੌਤ ਹੋਈ ਹੈ। ਇਸ ਜ਼ਿਲ੍ਹੇ 'ਚ ਪਹਿਲੀ ਮੌਤ ਹੈ। ਹੁਣ ਤੱਕ ਕੋਈ ਮੌਤ ਦੀ ਖਬਰ ਜਾਣਕਾਰੀ ਨਹੀਂ ਆਈ ਸੀ ਫਤਿਹਗੜ੍ਹ ਸਾਹਿਬ ਤੋਂ। ਉਧਰ ਮਲੇਰਕੋਟਲਾ ਦੇ ਵਿੱਚ 60 ਸਾਲ ਦੇ ਇੱਕ ਸ਼ਖਸ ਨੇ, ਬਜ਼ੁਰਗ ਨੇ ਦਮ ਤੋੜ ਦਿੱਤਾ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਵੀ ਸ਼ਿਕਾਇਤ ਇਸ ਬਜ਼ੁਰਗ ਨੂੰ ਸੀ। ਉਧਰ ਬਠਿੰਡਾ ਦੇ ਵਿੱਚ ਵੀ ਇੱਕ ਹੋਰ ਕਰੋਨਾ ਮਰੀਜ਼ ਦੀ ਮੌਤ ਹੋ ਗਈ। ਸੂਬੇ ਦੇ ਵਿੱਚ ਹੁਣ ਤੱਕ ਗਿਣਤੀ ਵੱਧ ਕੇ 169 ਤੱਕ ਪਹੁੰਚ ਚੁੱਕੀ ਹੈ, ਜੋ ਲਾਜ਼ਮੀ ਤੌਰ ਤੇ ਚਿੰਤਾ ਨੂੰ ਵਧਾਉਣ ਵਾਲੀ ਹੈ। 169 ਲੋਕਾਂ ਦੀ ਮੌਤ ਹੁਣ ਤੱਕ ਕਰੋਨਾ ਦੀ ਵਜ੍ਹਾ ਨਾਲ ਹੋ ਚੁੱਕੀ ਹੈ।
ਹਾਲਾਂਕਿ ਇਹ ਵੀ ਤੁਹਾਨੂੰ ਬਹੁਤ ਕਲੀਅਰ ਕਰਦੀ ਹੈ ਕਿ ਜਿਹੜੇ ਲੋਕਾਂ ਦੀ ਮੌਤ ਹੋ ਰਹੀ ਹੈ ਇਹਨਾਂ ਦੇ ਵਿੱਚ ਜ਼ਿਆਦਾਤਰ ਅਜਿਹੇ ਕੇਸ ਨੇ ਜੋ ਹੋਰ ਬਿਮਾਰੀਆਂ ਤੋਂ ਵੀ ਪੀੜਤ ਨੇ। ਡਾਕਟਰਾਂ ਦੇ ਮੁਤਾਬਿਕ ਕਰੋਨਾ, ਜੇਕਰ ਤੁਹਾਡਾ ਇਮਿਊਨਿਟੀ ਸਿਸਟਮ ਵਧੀਆ ਹੈ ਤਾਂ ਤੁਹਾਨੂੰ ਕਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ, ਤੁਸੀਂ ਜਲਦ ਠੀਕ ਹੋ ਜਾਓਗੇ। ਪਰ ਜੇਕਰ ਤੁਹਾਨੂੰ ਕੋਈ ਹੋਰ ਦਿੱਕਤ ਵੀ ਹੈ, ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਫਿਰ ਤੁਹਾਡੀ ਬਾਡੀ ਦੇ ਵਿੱਚ ਕੋਈ ਹੋਰ ਬਿਮਾਰੀ ਹੈ ਤਾਂ ਫਿਰ ਦਿੱਕਤ ਹੋ ਸਕਦੀ ਹੈ ਤੇ ਇਸ ਕਰਕੇ ਤੁਹਾਨੂੰ ਬਹੁਤ ਇਹਤਿਆਤ ਰੱਖਣੇ ਹੋਣਗੇ। ਤੇ ਇੱਕ ਪਾਸੇ ਤਾਂ ਦੂਜੀਆਂ ਦਵਾਈਆਂ ਲੋਕਾਂ ਦੀਆਂ ਚੱਲ ਰਹੀਆਂ ਹੁੰਦੀਆਂ ਨੇ ਤੇ ਫਿਰ ਜਦੋਂ ਕਰੋਨਾ ਦੀ ਮਾਰ ਪੈਂਦੀ ਹੈ ਤਾਂ ਡਬਲ ਅਟੈਕ ਇੱਕ ਤਰੀਕੇ ਨਾਲ ਹੋ ਜਾਂਦਾ ਹੈ ਤੇ ਫਿਰ ਉਹਨਾਂ ਦਾ ਟ੍ਰੀਟਮੈਂਟ ਵੀ ਬਹੁਤ ਔਖਾ ਹੋ ਜਾਂਦਾ ਤੇ ਉਸ ਦਾ ਨਤੀਜਾ ਇਹ ਹੈ ਕਿ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਤਾਂ ਸੂਬੇ ਦੇ ਵਿੱਚ ਹੁਣ ਤੱਕ ਟੋਟਲ ਮਰੀਜ਼ਾਂ ਦੀ ਜਿਹੜੀ ਮੌਤ ਹੋਈ ਹੈ ਉਸ ਦੀ ਗਿਣਤੀ 169 ਤੱਕ ਪਹੁੰਚੀ ਹੈ। ਕੇਸਿਸ ਦੀ ਗਿਣਤੀ ਲਗਾਤਾਰ ਪਹੁੰਚ ਰਹੀ ਹੈ। ਜੋ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ 3 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਨੇ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ। ਤੇ ਇਸ ਦੇ ਨਾਲ ਜਿਹੜੀ ਮੌਤਾਂ ਦੀ ਗਿਣਤੀ ਉਹ ਖਾਸ ਤੌਰ ਤੇ ਸੰਗਰੂਰ ਦੇ ਵਿੱਚ ਬਹੁਤ ਵਧੀਆ, ਮਲੇਰਕੋਟਲਾ ਤੋਂ ਨਿਕਲ ਕੇ ਮਾਮਲਾ ਸਾਹਮਣੇ ਆਇਆ। ਮਲੇਰਕੋਟਲਾ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ। ਉਧਰ ਬਠਿੰਡਾ ਦੇ ਵਿੱਚ ਵੀ ਮੌਤਾਂ ਦੀ ਗਿਣਤੀ ਪਿਛਲੇ ਕੁਝ ਦਿਨਾਂ ਦੇ ਵਿੱਚ ਵਧੀ ਹੈ। ਜਦਕਿ ਫਤਿਹਗੜ੍ਹ ਸਾਹਿਬ ਦਾ ਜ਼ਿਕਰ ਕਰੀਏ, ਹੁਣ ਤੱਕ ਇਸ ਜ਼ਿਲ੍ਹੇ ਦੇ ਵਿੱਚ ਕੋਈ ਮੌਤ ਦੀ ਖਬਰ ਨਹੀਂ ਸੀ। ਹਾਲਾਂਕਿ ਇੱਕ ਪਹਿਲਾਂ ਮੌਤ ਦਾ ਮਾਮਲਾ ਜ਼ਰੂਰ ਸਾਹਮਣੇ ਆਇਆ ਸੀ, ਪਰ ਜਿਸ ਸ਼ਖਸ ਦੀ ਮੌਤ ਹੋਈ ਔਰ ਤਾਲੁਕ ਰੱਖਦਾ ਸੀ ਉੱਤਰਾਖੰਡ ਦੇ ਨਾਲ, ਇਸ ਕਰਕੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਊਂਟ ਨਹੀਂ ਕੀਤਾ ਗਿਆ ਸੀ। ਰੁਕ ਕਰਦੇ ਹਾਂ ਮੇਰੇ ਸਹਿਯੋਗੀ ਇਸ ਸਮੇਂ ਫਤਿਹਗੜ੍ਹ ਸਾਹਿਬ ਤੋਂ ਨੇ ਗੁਰਦੀਪ ਸਿੰਘ, ਉਹਨਾਂ ਦਾ ਰੁਕ ਕਰਾਂਗੇ। ਗੁਰਦੀਪ, ਕੀ ਕੁਝ ਤੁਹਾਡੇ ਕੋਲ ਜਾਣਕਾਰੀ, ਜਿਹੜੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਫਤਿਹਗੜ੍ਹ ਸਾਹਿਬ 'ਚ ਪਹਿਲੀ ਮੌਤ, ਕਿੱਥੋਂ ਦਾ ਰਹਿਣ ਵਾਲਾ ਇਹ ਸ਼ਖਸ ਸੀ, ਕੀ ਕੁਝ ਤੁਹਾਡੇ ਕੋਲ ਇਨਫੋਰਮੇਸ਼ਨ? ਜੀ ਗੌਰਵ, ਜਿਹੜਾ ਇਹ ਪਹਿਲੀ ਮੌਤ ਦਾ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਹੈ, ਇਹ ਗੋਬਿੰਦਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਹਨਾਂ ਦੇ ਜਿਹੜੇ ਪਹਿਲਾਂ ਇਲਾਜ ਚੱਲ ਰਿਹਾ ਸੀ, ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ, ਖਾਂਸੀ ਜ਼ੁਕਾਮ ਦੀ ਪ੍ਰੋਬਲਮ ਸੀ। ਉਸ ਤੋਂ ਬਾਅਦ ਇਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸੀ ਪਟਿਆਲਾ ਹਸਪੀਟਲ ਦੇ ਵਿੱਚ ਤੇ ਉੱਥੇ ਹੀ ਇਹਨਾਂ ਦਾ ਜਿਹੜਾ ਟੈਸਟ ਹੋਇਆ ਸੀ ਤੇ ਕਰੋਨਾ ਪੋਜ਼ਿਟਿਵ ਪਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਚੁੱਕੀ ਹੈ। ਜੀ ਗੌਰਵ। ਗੁਰਦੀਪ, ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਮਰੀਜ਼ ਨੇ ਇਸ ਸਮੇਂ ਐਕਟਿਵ ਕੇਸ, ਉਹਨਾਂ ਦੇ ਵਿੱਚੋਂ ਕੀ ਕੋਈ ਮਰੀਜ਼ ਅਜਿਹਾ ਵੀ ਹੈ ਜੋ ਆਕਸੀਜਨ ਤੇ ਹੋਵੇ ਜਾਂ ਵੈਂਟੀਲੇਟਰ ਦੇ ਉੱਤੇ ਹੋਵੇ? ਜੀ ਗੁਰੂ, ਹਜੇ ਤੱਕ ਤਾਂ ਜਿਹੜੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਗਿਆਨ ਸਾਗਰ ਹਸਪੀਟਲ ਦੇ ਵਿੱਚ ਚੱਲ ਰਿਹਾ, ਪਰ ਉਹਨਾਂ ਚੋਂ ਸਾਰੇ ਹਜੇ ਤੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ। ਇਹਨਾਂ ਦੀ ਨਾਰਮਲ ਜਿਹੜੀ ਹੈ, ਕਹਿੰਦੇ ਵੀ ਨਾਰਮਲ ਨੇ, ਉਹ ਕੋਈ ਇਹ ਜੇ ਉਹਨਾਂ ਦੇ ਸਿੰਪਟਮ ਨਹੀਂ ਹੈ, ਨਾ ਹੀ ਕੋਈ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਫਤਿਹਗੜ੍ਹ ਸਾਹਿਬ ਤੋਂ ਜਿਹੜੀ ਮੌਤ ਦੀ ਖਬਰ ਸਾਹਮਣੇ ਆਈ ਉਹ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਇਹ ਸ਼ਖਸ ਸੀ। ਹਾਲਾਂਕਿ ਕੁਝ ਹੋਰ ਬਿਮਾਰੀਆਂ ਨਾਲ ਵੀ ਇਹ ਪੀੜਤ ਸੀ ਤੇ ਇਸ ਨੂੰ ਪਟਿਆਲਾ ਵੀ ਰੈਫਰ ਕੀਤਾ ਗਿਆ ਜਿੱਥੇ ਇਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਂਦੀ ਹੈ, ਪਰ ਬਚਾਇਆ ਨਹੀਂ ਜਾ ਸਕਿਆ। ਅੱਗੇ ਵਧਦੇ ਹਾਂ ਇਸ ਵਿਚਾਲੇ, ਕਿਉਂਕਿ ਮੌਤਾਂ ਦੀ ਜਾਣਕਾਰੀ ਮਿਲਦੀ ਹੈ, ਇਸ ਵਿਚਾਲੇ ਖਬਰਾਂ ਆਉਂਦੀਆਂ ਨੇ ਕਿ ਬਹੁਤ ਸਾਰੇ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ, ਪਰ ਇਸ ਵਿਚਾਲੇ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ। ਬਠਿੰਡਾ ਦੇ ਵਿੱਚ ਜਲਦ ਕਰੋਨਾ ਦੀ ਟੈਸਟਿੰਗ ਹੋਵੇਗੀ। ਇਸ ਨੂੰ ਰਾਹਤ ਭਰੀ ਖਬਰ ਕਹਿ ਸਕਦੇ ਹੋ, ਕਿਉਂਕਿ ਜਿੰਨਾ ਜਲਦ ਟੈਸਟ ਹੋਵੇ, ਜਿੰਨਾ ਜਲਦੀ ਪਤਾ ਲੱਗੇ ਕਿਸੇ ਨੂੰ ਕਰੋਨਾ ਹੈ ਤਾਂ ਉਸ ਦਾ ਇਲਾਜ ਉਸ ਤਰੀਕੇ ਨਾਲ ਹੀ ਸ਼ੁਰੂ ਹੋਵੇ, ਉਸ ਦਾ ਇਮਿਊਨ ਸਿਸਟਮ ਉਨਾ ਹੀ ਜਲਦੀ ਮਜ਼ਬੂਤ ਕੀਤੇ ਜਾਣ ਦੀ ਕੋਸ਼ਿਸ਼ ਹੋਵੇ। ਬਠਿੰਡਾ ਏਮਸ ਦੇ ਵਿੱਚ ਸ਼ੁਰੂ ਹੋਵੇਗੀ ਕਰੋਨਾ ਦੀ ਜਾਂਚ। ਵੱਡੀ ਖਬਰ ਅੱਜ ਦੇ ਦਿਨ ਦੀ, ਪੂਰੇ ਮਾਲਵੇ ਦੇ ਲਈ, ਉਸ ਪੂਰੀ ਬੈਲਟ ਦੇ ਲਈ ਜਿੱਥੇ ਜੋ ਬਠਿੰਡਾ ਨੂੰ ਲੱਗਦੇ ਨੇ ਜਾਂ ਫਿਰ ਅਸੀਂ ਕਹੀਏ ਕਿ ਜਿਹਨਾਂ ਨੂੰ ਟੈਸਟ ਕਰਵਾਉਣ ਦੇ ਲਈ ਪਹਿਲਾਂ ਬਹੁਤ ਦੂਰ ਜਾਣਾ ਪੈ ਰਿਹਾ ਸੀ, ਤਾਂ ਏਮਸ ਦੇ ਡਾਇਰੈਕਟਰ ਦਿਨੇਸ਼ ਕੁਮਾਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਏਮਸ ਨੂੰ RT-PCR ਮਸ਼ੀਨ ਮਿਲੇਗੀ। ਡਾਇਰੈਕਟਰ ਇਹ ਜਾਣਕਾਰੀ ਦਿੰਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਕਰੋਨਾ ਦਾ ਤੇਜ਼ੀ ਦੇ ਨਾਲ ਵਧਣਾ ਚਿੰਤਾ ਦਾ ਵਿਸ਼ਾ, ਲਾਜ਼ਮੀ ਤੌਰ ਤੇ ਚਿੰਤਾ ਦਾ ਵਿਸ਼ਾ ਹੈਗਾ ਹੈ ਤੇ ਡਾਇਰੈਕਟਰ ਕਹਿ ਰਹੇ ਨੇ ਕਿ ਜਲਦ ਬਠਿੰਡਾ ਦੇ ਵਿੱਚ ਵੀ ਜਿਹੜੇ ਕਰੋਨਾ ਦੇ ਟੈਸਟ ਹੋ ਸਕਣਗੇ ਬਠਿੰਡਾ एम्स ਦੇ ਵਿੱਚ। जो बात आ रही है वो कोविड टेस्टिंग की बात आ रही है। हम आज सुबह से ही इस प्रयास में लगे हुए हैं और बहुत सकारात्मक हमें संदेश मिला है भारत सरकार की तरफ से कि कोविड टेस्टिंग के लिए जो मशीनें हैं वो उपलब्ध कराई जाएंगी। हमारे पास क्वालिफाइड माइक्रोबायोलॉजिस्ट हैं और हम कोविड टेस्टिंग शुरू करेंगे। उनके लिए 10-15 बेड की व्यवस्था की जाएगी, जिससे वो दूसरे अस्पतालों में अगर सीरियस होते हैं तो उनको शिफ्ट करने के लिए किया जाए। ट्रांसपोर्ट वेंटिलेटर हमें आज भारत सरकार से आश्वासन मिला है, जल्द ही मिल जाएगा और बाकी की व्यवस्था जल्द से जल्द की जाएगी। इस समय कार्य बड़ी खबर उसका रुख करांगे। बरगाड़ी बेअदबी मामले नाल जुड़ी बड़ी खबर है इस समय दी। FIR दे विच राम रहीम दा नाम जोड़िया गया। सूत्रां दे हवाले तो बड़ी खबर इस समय दी। पावन स्वरूप चोरी होने के मामले दे विच राम रहीम दा नाम जोड़िया गया है। जी हां, SIT मुखी खटड़ा दी प्रेस कॉन्फ्रेंस थोड़ी देर दे विच होवेगी। तो बड़ी खबर इस समय पंजाब दे लई, बड़ी खबर बेअदबी मामले दे नाल जुड़ी हुई। बहुत बड़ी खबर है इसलिए भी क्योंकि लगातार मंग की जा रही सी मतवाजी जथेदारां दे वल्लों भी कि नाम जोड़िया जावे, क्यों नहीं नाम लिया जा रहा गुरमीत राम रहीम दा।
ਡੇਰਾ ਮੁਖੀ ਦਾ, ਜੋ ਇਸ ਸਮੇਂ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ, ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ। ਤਾਂ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ ਸਾਡੇ ਕੋਲ। ਪਾਵਨ ਸਰੂਪ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਰਾਮ ਰਹੀਮ ਦਾ ਨਾਮ ਜੋੜਿਆ ਗਿਆ ਹੈ। ਹਾਲਾਂਕਿ ਥੋੜੀ ਦੇਰ ਦੇ ਵਿੱਚ ਜਿਹੜੇ ਖੱਟੜਾ ਨੇ ਪ੍ਰੈਸ ਕਾਨਫਰੰਸ ਕਰਨਗੇ ਐਸਆਈਟੀ ਦੇ ਮੁਖੀ, ਜੋ ਸਾਡੇ ਕੋਲ ਜਾਣਕਾਰੀ ਹੈ ਤੇ ਉਹਨਾਂ ਦੇ ਵੱਲੋਂ ਸਾਫ਼ ਕੀਤਾ ਜਾ ਸਕਦਾ ਹੈ ਕਿ ਕੀ ਕੁਝ ਅੱਗੇ ਇਸ ਪੂਰੇ ਮਾਮਲੇ 'ਚ ਜਾਂਚ ਵਧੀ ਹੈ। ਕੁਝ ਦਿਨ ਪਹਿਲਾਂ ਹੀ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਉਹ ਡੇਰਾ ਪ੍ਰੇਮੀ ਦੱਸੇ ਜਾਂਦੇ ਨੇ। 2 ਨੇ ਤਾਂ ਅਗਾਊਂ ਜ਼ਮਾਨਤ ਲੈ ਲਈ, ਪਰ 5 ਨੂੰ 2 ਦਿਨ ਦੇ ਰਿਮਾਂਡ ਦੇ ਉੱਤੇ ਲੈ ਕੇ ਪੁੱਛ ਪੜਤਾਲ ਕੀਤੀ ਗਈ ਹੈ। ਤਾਂ ਕੀ ਇਸ ਪੁੱਛ ਪੜਤਾਲ ਦੇ ਵਿੱਚ ਇਹਨਾਂ ਦੇ ਵੱਲੋਂ ਨਾਮ ਲੈ ਲਿਆ ਗਿਆ ਗੁਰਮੀਤ ਰਾਮ ਰਹੀਮ ਦਾ, ਉਸ ਤੋਂ ਬਾਅਦ ਇਹ ਨਾਮ ਜੋੜਿਆ ਗਿਆ ਹੈ। ਵੱਡੀ ਖਬਰ ਹੈ ਇਸ ਸਮੇਂ, ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਐਫਆਈਆਰ ਦੇ ਵਿੱਚ ਜੋੜ ਦਿੱਤਾ ਗਿਆ ਹੈ। ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ, ਗੁਰਮੀਤ ਰਾਮ ਰਹੀਮ ਜੋ ਕਿ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ, ਬਰਗਾੜੀ ਬੇਅਦਬੀ ਮਾਮਲੇ 'ਚ ਪਾਵਨ ਸਰੂਪ ਜੋ ਚੋਰੀ ਹੋਇਆ ਉਸ ਮਾਮਲੇ ਦੇ ਵਿੱਚ, ਉਸ ਸਾਜ਼ਿਸ਼ ਦੇ ਮਾਮਲੇ ਦੇ ਵਿੱਚ ਉਸ ਦਾ ਨਾਮ ਜੋੜਿਆ ਗਿਆ ਹੈ। ਰੁਕ ਕਰਦੇ ਮੇਰੇ ਸਹਿਯੋਗੀ ਇਸ ਸਮੇਂ ਨਰੇਸ਼ ਸੇਠੀ ਸਾਡੇ ਨਾਲ ਜੁੜ ਰਹੇ। ਨਰੇਸ਼, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਸ ਸਮੇਂ? ਬਿਲਕੁਲ ਗੌਰਵ, ਜਿਹੜੇ ਬੇਅਦਬੀ ਮਾਮਲੇ ਵਿੱਚ 7 ਜਿਹੜੇ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 5 ਰਿਮਾਂਡ ਤੇ ਚੱਲ ਰਹੇ ਸੀ, ਅੱਜ ਜਿਨ੍ਹਾਂ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਗਿਆ, ਉਹਨਾਂ ਦੀ ਪੁੱਛਗਿੱਛ ਤੋਂ ਕਿਤੇ ਨਾ ਕਿਤੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧਾ ਤਾਰ ਜਿਹੜੇ ਬੇਅਦਬੀ ਮਾਮਲੇ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਦੇ ਮਾਮਲੇ ਦੇ ਸਿੱਧੇ ਤਾਰ ਡੇਰਾ ਸਿਰਸਾ ਨਾਲ ਜੋੜੇ ਗਏ ਨੇ। ਹੁਣ ਡੇਰਾ ਮੁਖੀ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਸਾਡੇ ਤੋਂ ਖਬਰ ਮਿਲੀ ਹੈ। ਔਰ ਥੋੜੀ ਦੇਰ ਬਾਅਦ ਹੀ ਜਿਹੜਾ ਡੀਆਈਜੀ ਖੱਟੜਾ ਜਿਹੜੇ ਕਿ ਐਸਐਚ ਦੇ ਇੰਚਾਰਜ ਨੇ, ਉਹ ਪ੍ਰੈਸ ਕਾਨਫਰੰਸ ਕਰਕੇ ਇਸ ਤੇ ਵੱਡਾ ਖੁਲਾਸਾ ਕਰ ਸਕਦੇ ਨੇ। ਔਰ ਬਿਲਕੁਲ ਜਿੱਥੇ ਤੱਕ ਗੱਲ ਕਰੀਏ ਤਾਂ ਹੁਣ ਤੱਕ ਜਿਹੜੇ ਸਾਨੂੰ ਜਿਹੜੇ ਇਨਪੁਟਸ ਮਿਲ ਰਹੀਆਂ ਨੇ, ਉਸ ਮੁਤਾਬਕ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਜਿਹੜਾ ਦੋਸ਼ੀ ਜਿਹੜਾ ਨਾਮਜ਼ਦ ਕੀਤਾ ਜਾ ਚੁੱਕਾ ਹੈ। ਜੀ, ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਤੇ ਮੈਂ ਵੀ ਸਮਝਣਾ ਚਾਹਾਂਗਾ ਕਿ ਇਹਨੂੰ ਜਿਹੜੇ 5 ਲੋਕਾਂ ਦੀ 7 ਲੋਕਾਂ ਦੀ ਗ੍ਰਿਫਤਾਰੀ ਹੋਈ, ਉਸ ਦੇ ਨਾਲ ਹੀ ਉਹਨਾਂ ਨੂੰ ਆਧਾਰ ਬਣਾ ਕੇ ਹੁਣ ਗੁਰਮੀਤ ਰਾਮ ਰਹੀਮ ਦਾ ਨਾਮ ਜੋੜਿਆ ਜਾ ਰਿਹਾ। ਨਰੇਸ਼, ਬਿਲਕੁਲ 2 ਦਿਨਾਂ ਦੀ ਜਿਹੜੀ ਐਸਆਈਟੀ ਵੱਲੋਂ ਪੁੱਛਗਿੱਛ ਕੀਤੀ ਗਈ ਹੈ, ਔਰ ਇਸ ਤੋਂ ਪਹਿਲਾਂ ਵੀ ਕਿਉਂਕਿ ਇੱਕ ਕਲੋਜ਼ਰ ਸੀਬੀਆਈ ਨੂੰ ਇੱਕ ਰਿਪੋਰਟ ਬਣਾ ਕੇ ਜਿਹੜੀ ਇਹਨਾਂ ਵੱਲੋਂ ਪੇਸ਼ ਕੀਤੀ ਗਈ ਸੀ, ਉਹਦੇ ਵਿੱਚ ਕਿ ਸਿੱਧੇ ਤੌਰ ਤੇ ਜਿਹੜਾ ਆਰੋਪੀ ਬਣਾਏ ਗਏ ਸੀ ਕਿ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਹੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਕੀਤੀ ਗਈ, ਔਰ ਉਸ ਤੋਂ ਬਾਅਦ ਇਸ ਨੂੰ ਗਲੀਆਂ ਦੇ ਵਿੱਚ ਅੰਗ ਖਿਲਾਰੇ ਗਏ ਔਰ ਬਰਗਾੜੀ ਦੇ ਵਿੱਚ ਔਰ ਬੇਅਦਬੀ ਕੀਤੀ ਗਈ। ਸਾਰੇ ਮਾਮਲੇ ਵਿੱਚ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਡੇਰਾ ਸਿਰਸਾ ਦੇ ਨਾਲ ਜੁੜੇ ਜਿਹੜੇ ਲੋਕ ਨੇ ਸ਼ਾਮਲ ਸੀ, ਔਰ ਕਿਤੇ ਨਾ ਕਿਤੇ ਇਹਨਾਂ ਮੰਨਿਆ ਜਾ ਰਿਹਾ ਕਿ ਜਿਹੜੀ ਸਾਰੀ ਸਾਜ਼ਿਸ਼ ਹੈ ਉਹ ਡੇਰਾ ਦੇ ਵਿੱਚ ਹੀ ਜਿਹੜੀ ਰਚੀ ਗਈ, ਔਰ ਉਸ ਤੋਂ ਬਾਅਦ ਹੀ ਜਿਹੜਾ ਹੁਣ ਮੰਨਿਆ ਜਾ ਸਕਦਾ ਕਿ ਡੇਰਾ ਮੁਖੀ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜੀ, ਸ਼ੁਕਰੀਆ, ਧੰਨਵਾਦ। ਤੁਸੀਂ ਨਜ਼ਰ ਬਣਾਏ ਰੱਖੋ, ਅਪਡੇਟ ਤੁਹਾਡੇ ਤੇ ਲੈਂਦੇ ਰਹਾਂਗੇ। ਇਸ ਸਮੇਂ ਦੀ ਵੱਡੀ ਖਬਰ ਹੈ, ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜੋ ਸਰੂਪ ਚੋਰੀ ਹੋਏ, ਜੋ ਬਰਗਾੜੀ ਦੇ ਵਿੱਚ ਬੇਅਦਬੀ ਦਾ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ 2015 ਦੇ ਵਿੱਚ, ਤੇ ਉਸ ਪੂਰੇ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਵੀ ਨਾਮਜ਼ਦ ਕੀਤਾ ਗਿਆ। ਬਹੁਤ ਵੱਡੀ ਖਬਰ ਇਸ ਸਮੇਂ ਦੀ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਹੈ। ਥੋੜੀ ਦੇਰ ਦੇ ਵਿੱਚ ਡੀਆਈਜੀ ਖੱਟੜਾ ਜੋ ਐਸਆਈਟੀ ਮੁਖੀ ਨੇ, ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਖੁਲਾਸਾ ਕਰ ਸਕਦੇ ਨੇ। ਪਰ ਨਿਊਜ਼ 18 ਐਕਸਕਲੂਸਿਵ ਜਾਣਕਾਰੀ ਤੁਹਾਨੂੰ ਆਪਣੇ ਸੂਤਰਾਂ ਦੇ ਹਵਾਲੇ ਤੋਂ ਦੱਸ ਰਿਹਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਵੀ ਨਾਮਜ਼ਦ ਕਰ ਦਿੱਤਾ ਗਿਆ। ਐਫਆਈਆਰ 'ਚ ਨਾਮ ਸ਼ਾਮਲ ਕਰ ਦਿੱਤਾ ਗਿਆ ਗੁਰਮੀਤ ਰਾਮ ਰਹੀਮ, ਡੇਰਾ ਸੱਚਾ ਸੌਦਾ ਦੇ ਮੁਖੀ ਦਾ।